ਸਬਸਕ੍ਰਾਈਬ ਕਰੋ ਦਿਵਿਆ ਪੰਜਾਬ ਟੀਵੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਨਵੀਆਂ ਅਤੇ ਤਾਜ਼ੀਆਂ ਖਬਰਾਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਦਿਵਿਆ ਪੰਜਾਬ ਟੀਵੀ ਤੇ ਮੈਂ ਹਾਂ ਸਾਹਿਲ ਮਹਿਤਾ। ਡੇਰਾ ਬਾਬਾ ਨਾਨਕ ਦੇ ਵਿੱਚ ਜੋੜ ਮੇਲਾ, ਜਿਹਨੂੰ ਕਿ ਚੋਲਾ ਸਾਹਿਬ ਦਾ ਮੇਲਾ ਕਿਹਾ ਜਾਂਦਾ ਹੈ, ਉਹ 4 ਮਾਰਚ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਤੇ ਸਾਡੇ ਨਾਲ ਇਸ ਵੇਲੇ ਬਾਬਾ ਬਲਬੀਰ ਸਿੰਘ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਅੰਸ਼ ਚੋਂ ਨੇ, ਸਾਡੇ ਨਾਲ ਨੇ। ਉਹਨਾਂ ਤੋਂ ਜਾਣਾਂਗੇ ਕਿ ਇਸ ਚੋਲਾ ਸਾਹਿਬ ਦਾ ਕੀ ਇਤਿਹਾਸ ਹੈ ਤੇ ਕਿੱਦਾਂ ਸੰਗਤ ਆਉਂਦੀ ਹੈ ਤੇ ਕਿਉਂ ਆਉਂਦੀ ਹੈ ਤੇ ਇੱਥੋਂ ਕੀ ਲੈ ਕੇ ਜਾਂਦੀ ਹੈ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਜੀ ਤੁਹਾਡਾ ਦਿਵਿਆ ਪੰਜਾਬ ਟੀਵੀ ਤੇ। ਸਾਡੀ ਖੁਸ਼ੀ ਤੋਂ ਕਿਰਪਾ ਰੱਖਣ ਪਾਤਸ਼ਾਹ ਸਤਿਗੁਰੂ ਨਾਨਕ ਸਾਹਿਬ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਸਦਕਾ ਪਾਵਨ ਅਸਥਾਨ ਸ਼੍ਰੀ ਚੋਲਾ ਸਾਹਿਬ ਅਤੇ ਸ਼੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨਾਂ ਨੂੰ ਆ ਰਹੀ ਸੰਗਤ ਨੂੰ ਅਸੀਂ ਜੀ ਆਇਆਂ ਆਖਦੇ ਹਾਂ। गुरु नानक के अंग का चोला जी ए जान, तीन लोक में नाहे को ऐसो बस्तर महान। सतगुरु नानक साहब सच्चे पातशाह जदों अरब देश की यात्रा गए ने, उस वक्त सतगुरु नानक साहब जी नूं ये पावन चोला प्राप्त होया, एक सिरपाओ के तौर पर, जिस नूं पहन के सतगुरु नानक साहब जी ने सारे अरब देश की यात्रा की है। ਜਦੋਂ ਆਪ ਜੀ ਸ਼੍ਰੀ ਕਰਤਾਰਪੁਰ ਸਾਹਿਬ ਪਹੁੰਚੇ ਨੇ, ਜਿਸ ਤੇ ਅੱਜ ਸੰਗਤਾਂ ਖੁੱਲੇ ਦਰਸ਼ਨਦਾਰੇ ਕਰ ਰਹੀਆਂ ਹਨ, ਜਦੋਂ ਇੱਥੇ ਆਪ ਜੀ ਆਏ ਤਾਂ ਇਸ ਉਦਾਸੀ ਬਸਤਰ ਨੂੰ ਉਤਾਰ ਕੇ ਸੰਸਾਰੀ ਕੱਪੜੇ ਪਹਿਨੇ ਤੇ 17 ਸਾਲ ਖੇਤੀਬਾੜੀ ਕੀਤੀ ਤੇ ਪੂਰੇ ਸੰਸਾਰ ਨੂੰ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕਣ ਦੇ ਵਡਮੁੱਲੇ ਸਿਧਾਂਤ ਤੇ ਚੱਲਣ ਦੀ ਪ੍ਰੇਰਨਾ ਦਿੱਤੀ। ਸਤਿਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਸ ਵਕਤ ਭਾਈ ਲਹਿਣਾ ਜੀ ਨੂੰ ਜਦੋਂ ਗੁਰਗੱਦੀ ਬਖਸ਼ਿਸ਼ ਕੀਤੀ ਹੈ, ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦਾ ਰੂਪ ਬਖਸ਼ਿਸ਼ ਕੀਤਾ ਹੈ, ਨਾਲ ਹੀ ਇਹ ਪਾਵਨ ਬਸਤਰ ਸ਼੍ਰੀ ਚੋਲਾ ਸਾਹਿਬ ਜੀ ਭੇਟਾ ਕਰ ਦਿੱਤੇ। ਇਸ ਉਪਰੰਤ ਤੀਸਰੀ ਪਾਤਸ਼ਾਹੀ ਗੁਰੂ ਅਮਰਦਾਸ ਜੀ, ਚੌਥੀ ਪਾਤਸ਼ਾਹੀ ਗੁਰੂ ਰਾਮਦਾਸ ਪਾਤਸ਼ਾਹ ਅਤੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਪਾਸ ਇਹ ਪਾਵਨ ਚੋਲਾ ਪਹੁੰਚਦਾ ਰਿਹਾ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਉਸ ਵਕਤ ਸ਼੍ਰੀ ਹਰਿਮੰਦਰ ਸਾਹਿਬ ਸਰੋਵਰ ਦੀ ਸੇਵਾ ਕਰਵਾ ਰਹੇ ਸਨ। ਬੜੀ ਦੂਰ ਦੂਰ ਤੋਂ ਸੰਗਤਾਂ ਉਸ ਪਾਵਨ ਸਰੋਵਰ ਦੀਆਂ ਸੇਵਾ ਕਰਨ ਵਾਸਤੇ ਪਹੁੰਚ ਰਹੀਆਂ ਸਨ, ਜਿਨ੍ਹਾਂ ਵਿੱਚੋਂ ਇੱਕ ਅਨੰਦ ਸੇਵਕ ਸਨ ਭਾਈ ਤੋਤਾ ਰਾਮ ਜੀ, ਜੋ ਕਿ ਅਫਗਾਨਿਸਤਾਨ ਦੇ ਬਲਖ ਬੁਖਾਰੇ ਸ਼ਹਿਰ ਦੇ ਰਹਿਣ ਵਾਲੇ ਸਨ। ਉਹਨਾਂ ਨੇ ਆ ਕੇ ਬੜੀ ਸੇਵਾ ਕੀਤੀ। ਉਹਨਾਂ ਦੀ ਸੇਵਾ ਤੇ ਖੁਸ਼ ਹੋ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇਹ ਜਿਹੜਾ ਪਾਵਨ ਚੋਲਾ ਹੈ ਉਹਨਾਂ ਨੂੰ ਬਖਸ਼ਿਸ਼ ਕਰ ਦਿੱਤਾ। ਭਾਈ ਤੋਤਾ ਰਾਮ ਜੀ ਇਹ ਪਾਵਨ ਚੋਲਾ ਲੈ ਕੇ ਆਪਣੇ ਦੇਸ਼ ਅਫਗਾਨਿਸਤਾਨ ਬਲਖ ਬੁਖਾਰੇ ਵਾਪਸ ਚਲੇ ਗਏ। ਨਿਤਾ ਕਰਮ ਦੇ ਅਨੁਸਾਰ ਆਪ ਦਰਸ਼ਨ ਕਰਨੇ, ਸੰਗਤਾਂ ਨੂੰ ਕਰਵਾਉਣੇ। ਜਦੋਂ ਆਪ ਜੀ ਦਾ ਅੰਤ ਸਮਾਂ ਆਇਆ ਤੇ ਆਪ ਜੀ ਨੇ ਗੁਰੂ ਘਰ ਦੀ ਮਹਾਨ ਬਖਸ਼ਿਸ਼ ਜਾਣ ਕੇ ਕਿ ਇਸ ਦੀ ਆਉਣ ਵਾਲੇ ਸਮੇਂ ਵਿੱਚ ਕੋਈ ਨਿਰਾਦਰ ਨਾ ਕਰ ਸਕੇ, ਇਸ ਨੂੰ ਇੱਕ ਗੁਫਾ ਵਿੱਚ ਰੱਖ ਦਿੱਤਾ ਤੇ ਅਰਦਾਸ ਕੀਤੀ, ਸੱਚੇ ਪਾਤਸ਼ਾਹ ਆਪ ਜੀ ਦੀ ਅਮਾਨਤ ਹੈ, ਆਪ ਹੀ ਰੱਖਿਆ ਕਰੋ। ਭਾਈ ਤੋਤਾ ਰਾਮ ਜੀ ਆਪ ਅਕਾਲ ਚਲਾਣਾ ਕਰ ਗਏ। ਇਸ ਉਪਰੰਤ ਡੇਰਾ ਬਾਬਾ ਨਾਨਕ ਵਿਖੇ ਗੁਰੂ ਨਾਨਕ ਸਾਹਿਬ ਜੀ ਦੀ ਬੇਦੀ ਕੋਲ ਵੱਧ ਫੁੱਲ ਰਹੀ ਸੀ। 9ਵੀਂ ਪੀੜ੍ਹੀ ਤੇ ਬਾਬਾ ਕਾਬਲੀ ਮਲ ਜੀ ਹੋਏ ਹਨ, ਜਿਨ੍ਹਾਂ ਨੂੰ ਸਤਿਗੁਰੂ ਨਾਨਕ ਸਾਹਿਬ ਜੀ ਨੇ ਸੁਪਨ ਅਵਸਥਾ ਵਿੱਚ ਦਰਸ਼ਨ ਦੇ ਕੇ ਇਸ ਪਾਵਨ ਚੋਲੇ ਨੂੰ ਮੋੜ ਪੰਜਾਬ ਵਿੱਚ ਲਿਆਉਣ ਦਾ ਹੁਕਮ ਕਰ ਦਿੱਤਾ। ਬਾਬਾ ਕਾਬਲੀ ਮਲ ਜੀ ਸੰਗਤਾਂ ਨੂੰ ਨਾਲ ਲੈ ਕੇ ਪੈਦਲ ਯਾਤਰਾ ਦੇ ਰੂਪ ਵਿੱਚ ਅਫਗਾਨਿਸਤਾਨ ਦੇ ਸੁਹਾਨ ਸ਼ਹਿਰ ਵਿੱਚ ਪਹੁੰਚੇ ਨੇ। ਉਸ ਅਸਥਾਨ ਦੀ ਭਾਲ ਕੀਤੀ। ਜਦੋਂ ਉਸ ਅਸਥਾਨ ਤੇ ਪਹੁੰਚੇ, ਆਪ ਜੀ ਨੇ ਜਪਜੀ ਸਾਹਿਬ ਜੀ ਦਾ ਪਾਠ ਕੀਤਾ, ਅਰਦਾਸ ਕੀਤੀ, 5 ਛਿੱਟੇ ਜਲ ਦੇ ਮਾਰੇ। ਜਿਹੜਾ ਗੁਫਾ ਦੇ ਅੱਗੇ ਪੱਥਰ ਸੀ ਉਹ 2 ਹਿੱਸਿਆਂ ਵਿੱਚ ਵੰਡਿਆ ਗਿਆ। ਇਹ ਪਾਵਨ ਚੋਲਾ ਉਸ ਅਸਥਾਨ ਤੋਂ ਲੈ ਕੇ ਬਾਬਾ ਕਾਬਲੀ ਮਲ ਜੀ 22 ਫੱਗਣ ਵਾਲੇ ਦਿਨ ਡੇਰਾ ਬਾਬਾ ਨਾਨਕ ਵਿਖੇ ਸੰਗਤਾਂ ਦੇ ਨਾਲ ਪਹੁੰਚੇ ਨੇ, ਜਿਸ ਦੀ ਖੁਸ਼ੀ ਵਿੱਚ ਹਰ ਸਾਲ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਆ ਕੇ ਇਸ ਪਾਵਨ ਚੋਲੇ ਦੇ ਦਰਸ਼ਨ ਕਰਕੇ ਆਪਣੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਭਰਦੀਆਂ ਹਨ। ਬਾਬਾ ਜੀ, ਇਹ ਮੇਲਾ ਜਿਹੜਾ ਹੈ ਇਹ 4 ਮਾਰਚ ਨੂੰ ਹੀ ਕਿਉਂ ਮਨਾਇਆ ਜਾਂਦਾ?
ਕਿਉਂਕਿ 22 ਫੱਗਣ ਜਿਹੜੀ ਹੈਗੀ ਹੈ ਜੀ ਦੇਸੀ ਦੇ ਨਾਲ ਪਹਿਲੀ ਮਾਰਚ ਬਣਦੀ ਹੈ, ਇਸ ਕਰਕੇ 22 ਫੱਗਣ ਦੇ ਅਨੁਸਾਰ ਜਿਹੜਾ ਹੈ ਸੰਗਤ ਚੱਲਦੀ ਹੈ 22, 23, 24 ਤੇ 25। ਸੋ ਉਸ ਤਰੀਕੇ ਨਾਲ ਇਹ ਜਿਹੜਾ ਸੰਘ ਹੈ ਜੀ ਪਹਿਲੀ ਮਾਰਚ ਨੂੰ ਹੀ ਚੱਲਦਾ ਹੈ 22 ਫੱਗਣ ਦੇ ਰੂਪ ਵਿੱਚ। ਸੋ ਦੂਸਰਾ ਇਹ ਅਸਥਾਨ ਕਿਉਂਕਿ ਅੱਜ ਸੰਗਤਾਂ ਗੁਰੂ ਨਾਨਕ ਸਾਹਿਬ ਜੀ ਦੇ ਅਪਾਰ ਬਖਸ਼ਿਸ਼ ਕਿਰਪਾ ਸਦਕਾ ਇਸ ਅਸਥਾਨ ਤੇ ਆ ਰਹੀਆਂ ਹਨ, ਤੇ ਅਸੀਂ ਇਸ ਸੰਗਤਾਂ ਨੂੰ ਸੁਨਿਮਰ ਬੇਨਤੀ ਕਰਨੀ ਚਾਹਾਂਗੇ ਕਿਉਂਕਿ ਪਾਵਨ ਅਸਥਾਨ ਸ੍ਰੀ ਚੋਲਾ ਸਾਹਿਬ ਜਿਹਦੇ ਆ ਕੇ ਸੰਗਤਾਂ ਦਰਸ਼ਨ ਕਰਦੀਆਂ ਹਨ, ਪਰ ਸੰਗਤਾਂ ਨੂੰ ਇੱਥੇ ਪਹੁੰਚ ਕੇ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਇਹ ਸਥਾਨ ਬਹੁਤ ਹੀ ਇੱਕ ਛੋਟੀ ਜਿਹੀ ਜਗ੍ਹਾ ਦੇ ਵਿੱਚ ਸੁਸ਼ੋਭਿਤ ਹੈ ਪਾਵਨ ਚੋਲਾ ਸਾਹਿਬ। ਸੋ ਸੰਗਤਾਂ ਨੂੰ ਇੱਥੇ ਕੋਈ ਕਿਸੇ ਕਿਸਮ ਦੀ ਸਹੂਲਤ ਜਿਹੜੀ ਹੈ ਨਹੀਂ ਮਿਲ ਰਹੀ। ਸੋ ਅਸੀਂ ਬੇਨਤੀ ਕਰਾਂਗੇ ਸੰਗਤਾਂ ਦੇ ਚਰਨਾਂ ਵਿੱਚ ਕਿ ਜਿਸ ਤਰ੍ਹਾਂ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਆਪ ਜੀ ਨੇ ਅਰਦਾਸਾਂ ਕੀਤੀਆਂ ਤੇ ਆਪ ਜੀ ਦੀਆਂ ਅਰਦਾਸਾਂ ਨੂੰ ਪ੍ਰਵਾਨ ਕਰਦਿਆਂ ਹੋਇਆਂ ਮਹਾਰਾਜ ਜੀ ਨੇ ਅੱਜ ਆਪ ਜੀ ਨੂੰ ਖੁੱਲੇ ਦਰਸ਼ਨਦਾਰੇ ਬਖਸ਼ਿਸ਼ ਕੀਤੇ ਹਨ। ਇਸੇ ਤਰ੍ਹਾਂ ਆਓ ਅਰਦਾਸ ਕਰੀਏ ਕਿ ਸਤਿਗੁਰੂ ਨਾਨਕ ਸਾਹਿਬ ਜੀ ਦੇ ਇਸ ਪਾਵਨ ਚੋਲੇ ਦਾ ਅਸਥਾਨ ਕਿਸੇ ਖੁੱਲੀ ਜਗ੍ਹਾ ਤੇ ਸੁਸ਼ੋਭਿਤ ਹੋਵੇ ਜਿੱਥੇ ਆ ਰਹੀਆਂ ਸੰਗਤਾਂ ਨੂੰ ਗੁਰਮਰਿਆਦਾ ਅਨੁਸਾਰ ਸਾਰੀਆਂ ਸਹੂਲਤਾਂ ਪ੍ਰਾਪਤ ਹੋਣ ਅਤੇ ਇਸ ਦਾ ਸਮੁੱਚਾ ਪ੍ਰਬੰਧ ਇੱਕ ਟਰਸਟ ਦੇ ਅਧੀਨ ਹੋਵੇ ਤਾਂ ਕਿ ਸੰਗਤਾਂ ਆ ਕੇ ਜਿੱਥੇ ਗੁਰੂ ਮਹਾਰਾਜ ਦੇ ਦਰ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ, ਉੱਥੇ ਆਪ ਜੀ ਕੁਝ ਸਮਾਂ ਇੱਥੇ ਪੂਰੇ ਸੁੱਖ ਸਾਧਨਾ ਦੇ ਨਾਲ ਵਿਸ਼ਰਾਮ ਵੀ ਕਰ ਸਕਣ। ਜੀ ਬਾਬਾ ਜੀ ਹਮੇਸ਼ਾ ਵੇਖਿਆ ਜਾਂਦਾ ਹੈ ਕੋਈ ਵੀ ਜਿਹੜੇ ਗੁਰੂ ਨਾਨਕ ਨਾਮ ਲੈਵਾ ਲੋਕ ਹੁੰਦੇ ਨੇ ਜਾਂ ਫਿਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਅੰਸ਼ ਵਿੱਚ ਉਹਨਾਂ ਵੱਲੋਂ ਕੋਈ ਨਾ ਕੋਈ ਟਰਸਟ ਲਾਈ ਜਾਂਦੀ, ਕੀ ਤੁਹਾਡੇ ਵੱਲੋਂ ਵੀ ਇਦਾਂ ਦੇ ਕੋਈ ਉਪਰਾਲੇ ਕੀਤੇ ਜਾਂਦੇ? ਜੀ ਯਤਨ ਸਾਡੇ ਵੱਲੋਂ ਕਾਫੀ ਨੇ ਜੀ, ਜੋ ਸੰਗਤਾਂ ਦੇ ਸਹਿਯੋਗ ਨਾਲ ਅਸੀਂ ਕਰ ਵੀ ਰਹੇ ਹਾਂ, ਜਿਨ੍ਹਾਂ ਵਿੱਚ ਲੋਕ ਭਲਾਈ ਸਮਾਗਮ ਚੱਲਦੇ ਰਹਿੰਦੇ ਨੇ ਜੀ। ਬੱਚਿਆਂ ਦੀਆਂ ਸ਼ਾਦੀਆਂ ਦੇ ਕਾਰਜ ਨੇ, ਬੇਬੇ ਨਾਨਕੀ ਜੀ ਦਾ ਸਿਲਾਈ ਕਢਾਈ ਸੈਂਟਰ ਤੇ ਕਾਫੀ 9-10 ਸਾਲ ਤੋਂ ਚੱਲ ਰਿਹਾ, ਔਰ ਦੂਸਰਾ ਅੱਖਾਂ ਦੇ ਫ੍ਰੀ ਕੈਂਪ ਨੇ, ਅੱਖਾਂ ਦਾ ਇੱਥੇ ਫ੍ਰੀ ਹਸਪੀਟਲ ਵੀ ਚਲਾਇਆ ਜਾ ਰਿਹਾ ਜੀ। ਤੋਂ ਅਸੀਂ ਗੁਰਮਤਿ ਕੈਂਪ ਵੀ ਪਿੰਡਾਂ ਵਿੱਚ ਲਾ ਰਹੇ ਹਾਂ ਤਾਂ ਕਿ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਉਪਦੇਸ਼ ਨੂੰ ਘਰ ਪਹੁੰਚਾਇਆ ਜਾ ਸਕੇ। ਸੰਗੀਤ ਵਿਦਿਆਲਿਆ ਚੱਲ ਰਹੇ ਨੇ ਜੀ, ਤੋਂ ਲੋੜਵੰਦਾਂ ਨੂੰ ਰਾਸ਼ਨ ਦੀ ਵੰਡ ਵੀ ਹੋ ਰਹੀ ਹੈ। ਕਾਰਜ ਸਾਰੇ ਸੰਗਤਾਂ ਦੇ ਸਹਿਯੋਗ ਨਾਲ ਚੱਲ ਰਹੇ ਹਨ, ਪਰ ਸਾਡਾ ਯਤਨ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੇ ਇਸ ਪਾਵਨ ਉਪਦੇਸ਼ ਨੂੰ ਕਿਰਤ ਕਰਨੀ, ਵੰਡ ਛਕਣਾ ਤੇ ਨਾਮ ਜਪਣ ਦੇ ਵਡਮੁੱਲੇ ਸਿਧਾਂਤ ਨੂੰ ਘਰ ਪਹੁੰਚਾਇਆ ਜਾ ਸਕੇ। ਤੇ ਖੁਦ ਅਸੀਂ ਆਪਣੇ ਆਪ ਤੇ ਵੀ ਇਹਨੂੰ ਲਾਗੂ ਕਰਨ ਦਾ ਯਤਨ ਕਰ ਰਹੇ ਹਾਂ ਜੀ। ਸੋ ਅਸੀਂ ਆਪਣੇ ਤੁਹਾਡੇ ਚੈਨਲ ਡੀਪੀ ਦਿਵਿਆ ਪੰਜਾਬ ਵਾਲਿਆਂ ਦੇ ਵੀ ਬਹੁਤ ਧੰਨਵਾਦੀ ਹਾਂ ਜੀ, ਜਿਨ੍ਹਾਂ ਨੇ ਇਸ ਆਪਣੇ ਜੋ ਇਤਿਹਾਸ ਹੈ, ਵਡਮੁੱਲਾ ਇਤਿਹਾਸ, ਉਸ ਨੂੰ ਸੰਗਤਾਂ ਦੇ ਸਾਹਮਣੇ ਰੂਬਰੂ ਪੇਸ਼ ਕਰਨ ਦਾ ਯਤਨ ਕੀਤਾ ਹੈ। ਸਤਿਗੁਰੂ ਪਾਤਸ਼ਾਹ ਤੁਹਾਡੇ ਚੈਨਲ ਨੂੰ ਵੀ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ। ਆਪ ਇਸੇ ਤਰ੍ਹਾਂ ਸੇਵਾ ਕਰਦਿਆਂ ਹੋਇਆਂ ਗੁਰੂ ਨਾਨਕ ਦੇ ਘਰ ਦੀਆਂ ਅਸੀਸਾਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਇਹ ਸਨ ਬਾਬਾ ਬਲਬੀਰ ਸਿੰਘ ਜੀ ਬੇਦੀ, ਜਿਨ੍ਹਾਂ ਨੇ ਕੀ ਚੋਲਾ ਸਾਹਿਬ ਦੇ ਇਤਿਹਾਸ ਤੋਂ ਸਾਡੇ ਦਰਸ਼ਕਾਂ ਨੂੰ ਜਾਣੂ ਕਰਾਇਆ ਤੇ ਇਹਨਾਂ ਨੇ ਸਾਰੀਆਂ ਸੰਗਤਾਂ ਨੂੰ ਰਲ ਮਿਲ ਕੇ ਜਿਹੜਾ ਇੱਥੇ ਗੁਰੂ ਸਾਹਿਬ ਦੇ ਦਿੱਤੇ ਉਪਦੇਸ਼ਾਂ ਤੇ ਚੱਲਣ ਦੀ ਗੱਲ ਆਖੀ ਹੈ। ਕੈਮਰਾਮੈਨ ਕਵਲ ਜੀ ਦੇ ਨਾਲ ਸਾਹਿਲ ਮਹਿਤਾ, ਦਿਵਿਆ ਪੰਜਾਬ ਟੀਵੀ, ਡੇਰਾ ਬਾਬਾ ਨਾਨਕ।